ਬੋਰਿਸ ਪੋਲੇਵੋਈ ਦਾ ਨਾਵਲ ਅਸਲੀ ਇਨਸਾਨ ਦੀ ਕਹਾਣੀ ਦੇ ਦੂਸਰੇ ਅੰਗ ਦਾ ਬਾਕੀ ਦਾ ਭਾਗ। ਪਰ ਦੁਸ਼ਮਣ ਨੂੰ ਇਹਦਾ ਪਤਾ ਨਹੀਂ ਸੀ। ਅਲੈਕਸੇਈ ਨੇ ਲੜਾਈ 'ਚ ਸ਼ਾਮਲ ਹੋ ਜਾਣ ਦਾ ਫੈਸਲਾ ਕੀਤਾ ਤਾਂ ਕਿ ਘੱਟੋ ਘੱਟ ਗਿਣਤੀ ਦੀ ਤਨਾਸਬ ਨੂੰ ਹੀ ਠੀਕ ਕੀਤਾ ਜਾ ਸਕੇ। ਪਰ ਉਹਨੂੰ ਗਲਤੀ ਲੱਗੀ ਸੀ। ਜਿਸ ਲੜਾਕਾ ਹਵਾਈ ਜਹਾਜ਼ ਉੱਪਰ ਉਹਨੇ ਅਸਫਲ ਹਮਲਾ ਕੀਤਾ ਸੀ, ਉਹਨੂੰ ਕੋਈ ਤਜਰਬੇਕਾਰ ਤੇ ਨਿਗਾਹ ਰੱਖਣ ਵਾਲਾ ਪਾਇਲਟ ਚਲਾ ਰਿਹਾ ਸੀ। ਜਰਮਨ ਨੇ ਸਮਝ ਲਿਆ ਕਿ ਉਹਦੇ ਦੁਸ਼ਮਣ ਦਾ ਗੋਲੀ ਸਿੱਕਾ ਖਤਮ ਹੋ ਗਿਆ ਤੇ ਉਹਨੇ ਆਪਣੇ ਸਾਥੀਆਂ ਨੂੰ ਹੁਕਮ ਦੇ ਦਿੱਤਾ। 4 ਮੇਸਰ ਬਾਕੀ ਦਿਆਂ ਨਾਲੋਂ ਵੱਖ ਹੋਏ ਤੇ ਉਹਨਾਂ ਨੇ ਅਲੈਕਸੇਈ ਨੂੰ ਘੇਰ ਲਿਆ। ਇੱਕ ਪਾਸਿਆਂ ਵੱਲ ਤੇ ਇੱਕ ਹੇਠਾਂ ਤੇ ਉੱਪਰ ਟਰੇਸਰ ਗੋਲੀਆਂ ਚਲਾਉਂਦੇ ਹੋਏ, ਜਿਹੜੀਆਂ ਸਾਫ਼ ਨੀਲੀ ਹਵਾ 'ਚ ਸਾਫ਼ ਦਿਖਾਈ ਦਿੰਦੀਆਂ ਸਨ। ਉਹਨਾਂ ਨੇ ਉਹਨੂੰ ਰਾਹ ਮਨਵਾਉਣਾ ਸ਼ੁਰੂ ਕਰ ਦਿੱਤਾ ਤੇ ਦੋਹਰੀ ਕੈਂਚੀ 'ਚ ਘੇਰ ਲਿਆ। ਕਈ ਦਿਨ ਪਹਿਲਾਂ ਅਲੈਕਸੇਈ ਨੇ ਸੁਣਿਆ ਸੀ ਕਿ ਪ੍ਰਸਿੱਧ ਜਰਮਨ ਦੀ ਰੀਹਟ ਹੌਫਨ ਡਿਵੀਜ਼ਨ ਪੱਛਮ ਵੱਲੋਂ ਇਸ ਹਲਕੇ ਸਤਾਰਾਇਆ ਰੂਸਾ ਵਿੱਚ ਆ ਲੱਥਾ ਹੈ। ਇਸ ਡਿਵੀਜ਼ਨ 'ਚ ਫਾਸਿਸਟ ਰਾਈਕ ਦੇ ਚੰਗੇ ਤੋਂ ਚੰਗੇ ਉੱਚ ਕੋਟੀ ਦੇ ਪਾਇਲਟ ਸਨ ਤੇ ਖੁਦ ਗੇਰਿੰਗ ਦੀ ਸਰਪ੍ਰਸਤੀ ਹੇਠ ਸੀ। ਅਲੈਕਸੇਈ ਨੇ ਸਮਝ ਲਿਆ ਕਿ ਉਹ ਇਹਨਾਂ ਹਵਾਈ ਭੇੜੀਆਂ ਦੇ ਪੰਜਿਆਂ 'ਚ ਆ ਗਿਆ ਤੇ ਪ੍ਰਤੱਖ ਤੌਰ ਉੱਤੇ ਉਹਨੂੰ ਮਜਬੂਰ ਕਰਨਾ ਚਾਹੁੰਦੇ ਹਨ ਕਿ ਉਹ ਉਹਨਾਂ ਦੇ ਹਵਾਈ ਅੱਡੇ ਵੱਲ ਉੱਡ ਚੱਲੇ। ਉੱਥੇ ਉਤਰਨ ਲਈ ਮਜਬੂਰ ਕਰਨਾ ਤੇ ਉਹਨੂੰ ਕੈਦੀ ਬਣਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰੀਆਂ ਸਨ। ਅਲੈਕਸੇਈ ਨੇ ਆਪਣੇ ਦੋਸਤ ਆਂਦਰੇਈ ਦੇਕਤੀਆਰੈਨਿਕੋ ਸੋਵੀਅਤ ਯੂਨੀਅਨ ਦੇ ਹੀਰੋ ਦੀ ਕਮਾਨ ਹੇਠਲੀ ਇੱਕ ਲੜਾਕਾ ਜਹਾਜ਼ਾਂ ਦੀ ਉਡਾਨ ਨੂੰ ਇੱਕ ਜਰਮਨ ਹਵਾਈ ਨਿਰੀਖਕ ਨੂੰ ਲਿਆਉਂਦਿਆਂ ਤੇ ਉਹਨੂੰ ਉਤਰਨ ਲਈ ਮਜਬੂਰ ਕਰਦਿਆਂ ਦੇਖਿਆ ਸੀ। ਅਲੈਕਸੇਈ ਦੀਆਂ ਨਜ਼ਰਾਂ ਸਾਹਮਣੇ ਜਰਮਨ ਕੈਦੀ ਦਾ ਲੰਬੂਤਰਾ ਜਿਹਾ ਸੁਆਹ ਰੰਗਾ ਚਿਹਰਾ ਤੇ ਉਹਦੇ ਲੜਖੜਾਉਂਦੇ ਕਦਮ ਆ ਗਏ। ਕੈਦੀ ਬਣਾ ਲਿਆ ਜਾਵਾਂਗਾ? ਕਦੀ ਵੀ ਨਹੀਂ। ਇਹ ਦਾ ਨਹੀਂ ਚੱਲੇਗਾ। ਉਹਨੇ ਦ੍ਰਿੜ ਫੈਸਲਾ ਕੀਤਾ। ਪਰ ਹਰ ਕੋਸ਼ਿਸ਼ ਦੇ ਬਾਵਜੂਦ ਉਹ ਬਚ ਕੇ ਨੱਠ ਨਾ ਸਕਿਆ। ਜਿਉਂ ਹੀ ਉਹ ਜਰਮਨਾਂ ਦੇ ਦੱਸੇ ਰਾਹ ਤੋਂ ਲਾਂਭੇ ਜਾਣ ਦੀ ਕੋਸ਼ਿਸ਼ ਕਰਦਾ, ਉਹ ਮਸ਼ੀਨ ਗੰਨਾਂ ਚਲਾ ਕੇ ਉਹਦਾ ਰਾਹ ਰੋਕ ਲੈਂਦੇ ਤੇ ਫਿਰ ਜਰਮਨ ਕੈਦੀ ਦੀ ਸ਼ਕਲ, ਉਹਦਾ ਮੁੜਿਆ ਹੋਇਆ ਮੂੰਹ ਤੇ ਕੰਬਦੇ ਜਬਾੜੇ ਅਲੈਕਸੇਈ ਦੀਆਂ ਅੱਖਾਂ ਸਾਹਮਣੇ ਆ ਜਾਂਦੇ। ਉਸ ਚਿਹਰੇ ਉੱਤੇ ਹੀਣ ਪਾਸ਼ਵੀ ਡਰ ਉਕਰਿਆ ਪਿਆ ਸੀ। ਮੇਰੇਸੇਯੇਵ ਨੇ ਘੁੱਟ ਕੇ ਆਪਣੇ ਦੰਦ ਮੀਚੇ, ਆਪਣੇ ਇੰਜਨ ਦੀ ਰਫ਼ਤਾਰ ਪੂਰੀ ਤਰ੍ਹਾਂ ਛੱਡ ਦਿੱਤੀ ਤੇ ਖੜੀ ਹਾਲਤ 'ਚ ਆ ਕੇ ਉਸ ਹਵਾਈ ਜਹਾਜ਼ ਦੇ ਹੇਠਾਂ ਗੋਤਾ ਲਾਉਣ ਦਾ ਯਤਨ ਕੀਤਾ ਜਿਹੜਾ ਉਹਨੂੰ ਜ਼ਮੀਨ ਵੱਲ ਦਬਾ ਰਿਹਾ ਸੀ। ਦੁਸ਼ਮਣ ਦੇ ਹਵਾਈ ਜਹਾਜ਼ ਦੇ ਹੇਠੋਂ ਨਿਕਲਣ 'ਚ ਸਫਲ ਹੋ ਗਿਆ, ਪਰ ਉਸ ਜਰਮਨ ਨੇ ਮੌਕੇ ਸਿਰ ਮਸ਼ੀਨ ਗੰਨਾਂ ਚਲਾ ਦਿੱਤੀਆਂ। ਅਲੈਕਸੇਈ ਦੇ ਇੰਜਨ ਦਾ ਤੇਲ ਖਤਮ ਹੋ ਗਿਆ ਤੇ ਵਿੱਚ ਇਹਦੀ ਧੜਕਣ ਰੁਕਣ ਲੱਗ ਪਈ। ਸਾਰਾ ਹਵਾਈ ਜਹਾਜ਼ ਕੰਬਣ ਲੱਗ ਪਿਆ, ਜਿਵੇਂ ਕਿ ਇਹਨੂੰ ਮਾਰੂ ਬੁਖਾਰ ਚੜਿਆ ਹੋਵੇ। ਮੈਂ ਨਿਸ਼ਾਨਾ ਬਣ ਚੁੱਕਾ ਹਾਂ। ਅਲੈਕਸੇਈ ਇੱਕ ਚਿੱਟੇ ਸੰਘਣੇ ਬੱਦਲ 'ਚ ਲੋਪ ਹੋਣ 'ਚ ਸਫਲ ਹੋ ਗਿਆ ਤੇ ਇਸ ਤਰ੍ਹਾਂ ਉਹਨੇ ਆਪਣਾ ਪਿੱਛਾ ਕਰਨ ਵਾਲਿਆਂ ਨੂੰ ਮਗਰੋਂ ਲਾ ਦਿੱਤਾ। ਪਰ ਅੱਗੋਂ ਕੀ ਕੀਤਾ ਜਾ ਸਕਦਾ ਸੀ? ਜ਼ਖਮੀ ਹਵਾਈ ਜਹਾਜ਼ ਦੀਆਂ ਥਰਕਣਾਂ ਉਹ ਆਪਣੇ ਸਾਰੇ ਵਜੂਦ ਰਾਹੀਂ ਮਹਿਸੂਸ ਕਰ ਰਿਹਾ ਸੀ, ਜਿਵੇਂ ਕਿ ਇਹ ਉਹਦੇ ਸ਼ਿਕਾਰ ਹੋ ਚੁੱਕੇ ਇੰਜਣ ਦੀਆਂ ਮੌਤ ਕੜਵੱਲਾਂ ਨਹੀਂ, ਸਗੋਂ ਉਹਦੇ ਆਪਣੇ ਸਰੀਰ ਦਾ ਬੁਖਾਰ ਹੈ ਜਿਹੜਾ ਉਹਨੂੰ ਕਾਂਬਾ ਛੇੜ ਰਿਹਾ ਹੈ। ਇੰਜਣ ਨੂੰ ਨੁਕਸਾਨ ਕਿੱਥੇ ਪੁੱਜਾ ਹੈ? ਹਵਾਈ ਜਹਾਜ਼ ਕਿੰਨੀ ਦੇਰ ਹਵਾ 'ਚ ਰਹਿ ਸਕਦਾ ਹੈ? ਕੀ ਪੈਟਰੋਲ ਦੀ ਟੈਂਕੀ ਫਟ ਜਾਏਗੀ? ਅਲੈਕਸੇਈ ਇਹਨਾਂ ਸਵਾਲਾਂ ਬਾਰੇ ਇੰਨਾ ਸੋਚ ਨਹੀਂ ਸੀ ਰਿਹਾ ਜਿੰਨਾ ਇਹਨਾਂ ਨੂੰ ਮਹਿਸੂਸ ਕਰ ਰਿਹਾ ਸੀ। ਇਸ ਤਰ੍ਹਾਂ ਨਾਲ ਮਹਿਸੂਸ ਕਰਦੇ ਹਾਂ ਕਿ ਜਿਵੇਂ ਉਹ ਐਸੇ ਡਾਇਨਾਮਾਈਟ ਉੱਤੇ ਬੈਠਾ ਹੈ ਜਿਹਦੇ ਤੋੜੇ ਨੂੰ ਪਹਿਲਾਂ ਹੀ ਅੱਗ ਲਾਈ ਜਾ ਚੁੱਕੀ ਹੈ। ਉਹਨੇ ਆਪਣਾ ਹਵਾਈ ਜਹਾਜ਼ ਪਿੱਛੇ ਨੂੰ ਮੋੜਿਆ ਤੇ ਆਪਣੀਆਂ ਸਫਾਂ ਵੱਲ ਨੂੰ ਚੱਲ ਪਿਆ ਤਾਂ ਕਿ ਉਹਦੀਆਂ ਅਸਥੀਆਂ ਤਾਂ ਉਹਦੇ ਆਪਣੇ ਲੋਕ ਦਬਾਉਣ। ਅੰਤ ਜਲਦੀ ਆ ਗਿਆ। ਇੰਜਨ ਰੁਕ ਗਿਆ। ਹਵਾਈ ਜਹਾਜ਼ ਤਿਲਕਦਾ ਹੋਇਆ ਜ਼ਮੀਨ ਵੱਲ ਜਾਣ ਲੱਗ ਪਿਆ, ਜਿਵੇਂ ਕਿ ਇਹ ਪਹਾੜ ਦੇ ਬੇਹੱਦ ਢਾਲਵੇਂ ਪਾਸੇ ਉੱਤੋਂ ਦੀ ਰਿੜ੍ਹਦਾ ਜਾ ਰਿਹਾ ਹੋਵੇ। ਇਹਦੇ ਹੇਠਾਂ ਅਥਾਹ ਸਾਗਰ ਦੀਆਂ ਸਲੇਟੀ ਹਰੀਆਂ ਲਹਿਰਾਂ ਵਾਂਗ ਜੰਗਲ ਠਾਠਾਂ ਮਾਰ ਰਿਹਾ ਸੀ। ਤਾਂ ਵੀ ਕੈਦੀ ਤਾਂ ਨਹੀਂ ਬਣਾ ਲਿਆ ਜਾਵਾਂਗਾ। ਇਹ ਸੀ ਵਿਚਾਰ ਜਿਹੜਾ ਪਾਇਲਟ ਦੇ ਦਿਮਾਗ 'ਚੋਂ ਲੰਘਿਆ ਜਦੋਂ ਨੇੜੇ ਤੋਂ ਨੇੜੇ ਦੇ ਦਰਖਤ ਮਿਲ ਕੇ ਇਕਸਾਰ ਰਸਤਾ ਬਣਾਉਂਦੇ ਹੋਏ ਉਹਦੇ ਹਵਾਈ ਜਹਾਜ਼ ਦੇ ਹੇਠੋਂ ਦੀ ਦੌੜਦੇ ਲੰਘ ਰਹੇ ਸਨ। ਜਦੋਂ ਜੰਗਲ ਕਿਸੇ ਜੰਗਲੀ ਪਸ਼ੂ ਵਾਂਗ ਉੱਤੇ ਲਪਕ ਪਿਆ ਸੀ ਤਾਂ ਉਹਨੇ ਸਹਿਜ ਸੁਭਾਵਕ ਹੀ ਮੈਗਨੇਟ ਬੰਦ ਕਰ ਦਿੱਤਾ। ਪੀਹ ਸੁੱਟਣ ਵਾਲਾ ਧਮਾਕਾ ਸੁਣਾਈ ਦਿੱਤਾ ਤੇ ਅੱਖ ਪਲਕਾਰੇ 'ਚ ਸਭ ਕੁਝ ਅੱਖਾਂ ਅੱਗੋਂ ਲੋਪ ਹੋ ਗਿਆ, ਜਿਵੇਂ ਕਿ ਉਹਨੇ ਤੇ ਉਹਦੀ ਮਸ਼ੀਨ ਨੇ ਹਨੇਰੇ ਨਿੱਘੇ ਸੰਘਣੇ ਪਾਣੀ 'ਚ ਡੁੱਬੀ ਲਾ ਦਿੱਤੀ ਹੋਵੇ। ਹਵਾਈ ਜਹਾਜ਼ ਹੇਠਾਂ ਆਉਂਦਾ ਹੋਇਆ
ਦਿਆਰਾਂ ਦੀਆਂ ਸਿਖਰਾਂ ਨਾਲ ਵੱਜਿਆ। ਇਸ ਨਾਲ ਡਿੱਗਣ ਦਾ ਜ਼ੋਰ ਘੱਟ ਹੋ ਗਿਆ। ਕਈ ਦਰਖਤਾਂ ਨੂੰ ਡੇਗਦਾ ਹੋਇਆ ਹਵਾਈ ਜਹਾਜ਼ ਟੋਟੇ-ਟੋਟੇ ਹੋ ਗਿਆ। ਪਰ ਉਹ ਤੋਂ ਜ਼ਰਾ ਕੋਈ ਪਹਿਲਾਂ ਅਲੈਕਸੀ ਕਾਕਪਿਟ ਵਿੱਚੋਂ ਬਾਹਰ ਜਾ ਪਿਆ ਤੇ ਚੌੜੀਆਂ ਟਾਹਣਾਂ ਵਾਲੇ ਸਦੀ ਪੁਰਾਣੇ ਫਰ ਦੇ ਦਰਖਤ ਉੱਪਰ ਡਿੱਗਦਾ ਹੋਇਆ ਉਹਦੀਆਂ ਟਹਿਣੀਆਂ ਉੱਪਰੋਂ ਤਿਲਕ ਕੇ ਹੇਠਾਂ ਬਰਫ਼ ਦੇ ਵੱਡੇ ਸਾਰੇ ਢੇਰ 'ਤੇ ਆ ਡਿੱਗਾ, ਜਿਹੜਾ ਢੇਰ ਹਵਾ ਨੇ ਦਰਖਤ ਦੇ ਪੈਰਾਂ 'ਚ ਲਿਆ ਇਕੱਠਾ ਕੀਤਾ ਸੀ। ਇਸ ਨਾਲ ਉਹਦੀ ਜਾਨ ਬਚ ਗਈ। ਅਲੈਕਸੀ ਨੂੰ ਨਹੀਂ ਯਾਦ ਕਿ ਉਹ ਕਿੰਨੀ ਦੇਰ ਉੱਥੇ ਬੇਹੋਸ਼ ਤੇ ਬੇਹਰਕਤ ਪਿਆ ਰਿਹਾ। ਧੁੰਦਲੇ ਜਿਹੇ ਮਨੁੱਖਾ ਪਰਛਾਵੇਂ, ਇਮਾਰਤਾਂ ਦੀਆਂ ਰੂਪ ਰੇਖਾਵਾਂ ਤੇ ਯਕੀਨੋਂ ਬਾਹਰੀਆਂ ਮਸ਼ੀਨਾਂ ਉਹਦੇ ਕੋਲੋਂ ਦੀ ਤੇਜ਼-ਤੇਜ਼ ਲੰਘਣ ਲੱਗੀਆਂ ਤੇ ਜਿਸ ਵਾਵ ਰੋਲੇ ਦੀ ਰਫ਼ਤਾਰ ਨਾਲ ਉਹਦੇ ਸਾਹਮਣੇ ਉਹ ਤੇਜ਼-ਤੇਜ਼ ਲੰਘੀ ਜਾ ਰਹੀਆਂ ਸਨ, ਉਹਨੇ ਉਹਦੇ ਸਰੀਰ 'ਚ ਦੱਬੀ ਜਿਹੀ ਕੁਤਰਵੀਂ ਪੀੜ ਭਰ ਦਿੱਤੀ। ਫਿਰ ਅਨਿਸ਼ਚਿਤ ਸ਼ਕਲ ਦੀ ਕੋਈ ਵੱਡੀ ਤੇ ਨਿੱਘੀ ਚੀਜ਼ ਉਹ ਸਾਰੇ ਖਿਲਾਰੇ 'ਚ ਉਭਰੀ ਤੇ ਗਰਮ ਬਦਬੂ ਭਰਿਆ ਸਾਹ ਉਹਦੇ ਮੂੰਹ 'ਤੇ ਛੱਡਣ ਲੱਗੀ। ਉਹਨੇ ਰਿੜਕੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਸਰੀਰ ਬਰਫ਼ 'ਚ ਪੱਕੀ ਤਰ੍ਹਾਂ ਗੱਡਿਆ ਗਿਆ ਲੱਗਦਾ ਸੀ। ਆਪਣੇ ਦੁਆਲੇ ਮੰਡਲਾ ਰਹੀ ਅਣਜਾਣੀ ਭਿਅੰਕਰਤਾ ਦਾ ਪ੍ਰੇਰਿਆ ਹੋਇਆ ਉਹ ਇੱਕਦਮ ਯਤਨ ਕਰਨ ਲੱਗਾ ਤੇ ਇੱਕਦਮ ਉਹਨੂੰ ਮਹਿਸੂਸ ਹੋਇਆ ਕਿ ਕਕਰੀਲੀ ਹਵਾ ਉਹਦੇ ਫੇਫੜਿਆਂ 'ਚ ਦਾਖਲ ਹੋ ਰਹੀ ਹੈ। ਉਹਦੀ ਗੱਲ ਠੰਡੀ ਬਰਫ਼ ਨਾਲ ਲੱਗੀ ਹੋਈ ਹੈ ਤੇ ਸਖਤ ਪੀੜ ਹੁਣ ਉਹਨੂੰ ਆਪਣੇ ਸਰੀਰ 'ਚ ਨਹੀਂ ਸਗੋਂ ਆਪਣੇ ਪੈਰਾਂ 'ਚ ਮਹਿਸੂਸ ਹੋਣ ਲੱਗੀ। ਮੈਂ ਜ਼ਿੰਦਾ ਹਾਂ। ਉਹਦੇ ਦਿਮਾਗ 'ਚੋਂ ਇਹ ਖਿਆਲ ਲੰਘ ਗਿਆ। ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਆਪਣੇ ਨੇੜੇ ਕਿਸੇ ਦੇ ਪੈਰਾਂ ਹੇਠ ਬਰਫ਼ ਕਿਰਚ-ਕਿਰਚ ਕਰਦੀ ਤੇ ਉੱਚੀ-ਉੱਚੀ ਗੁਰਰਾਹਟ ਨਾਲ ਕਿਸੇ ਦੇ ਸਾਹ ਲੈਣ ਦੀ ਆਵਾਜ਼ ਸੁਣੀ। ਜਰਮਨ ਨੇ? ਉਹਨੂੰ ਇੱਕਦਮ ਖਿਆਲ ਆਇਆ। ਉਹਨੇ ਅੱਖਾਂ ਖੋਲ੍ਹਣ ਦੀ, ਉੱਛਲ ਕੇ ਖੜ੍ਹੇ ਹੋ ਜਾਣ ਦੀ ਤੇ ਆਪਣੀ ਰਾਖੀ ਕਰਨ ਦੀ ਤੀਬਰ ਇੱਛਾ ਨੂੰ ਦਬਾ ਲਿਆ। ਕੈਦੀ, ਆਖਰ ਕੈਦੀ ਬਣ ਗਿਆ। ਮੈਂ ਕੀ ਕਰਾਂਗਾ? ਉਹਨੂੰ ਯਾਦ ਆਇਆ ਇੱਕ ਦਿਨ ਹੀ ਪਹਿਲਾਂ ਹਰਫਨਮੌਲਾ ਮਿਸਤਰੀ ਯੂਰਾ ਨੇ ਉਹਦੇ ਪਿਸਤੌਲ ਦੇ ਕੇਸ ਦੀ ਜੀਭੀ ਲਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਹੜੀ ਟੁੱਟ ਗਈ ਸੀ, ਪਰ ਉਹਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਸੀ ਕੀਤੀ। ਇਹਦੇ ਸਿੱਟੇ ਵਜੋਂ ਉਹਨੂੰ ਆਪਣੀ ਪਿਸਤੌਲ ਆਪਣੇ ਉਡਾਣ ਵੇਲੇ ਦੇ ਸੂਟ ਦੇ ਪੱਟ ਉੱਪਰਲੀ ਜੇਬ 'ਚ ਰੱਖਣੀ ਪਈ ਸੀ। ਇਸ ਤੱਕ ਪਹੁੰਚਣ ਲਈ ਹੁਣ ਉਹਨੂੰ ਪਾਸੇ ਵੱਲ ਨੂੰ ਮੁੜਨਾ ਪੈਣਾ ਸੀ, ਪਰ ਦੁਸ਼ਮਣ ਦਾ ਧਿਆਨ ਖਿੱਚੇ ਬਗੈਰ ਉਹ ਇੰਜ ਨਹੀਂ ਸੀ ਕਰ ਸਕਦਾ। ਉਹ ਮੂੰਹ ਹੇਠਾਂ ਵੱਲ ਕਰਕੇ ਪਿਆ ਸੀ। ਆਪਣੇ ਪੱਟ ਦੇ ਨਾਲ ਉਹਨੂੰ ਪਿਸਤੌਲ ਦੇ ਤੇਜ਼ ਕਿਨਾਰੇ ਮਹਿਸੂਸ ਹੋਏ, ਪਰ ਉਹ ਬੇਹਰਕਤ ਪਿਆ ਰਿਹਾ। ਸ਼ਾਇਦ ਦੁਸ਼ਮਣ ਉਹਨੂੰ ਮੁਰਦਾ ਹੀ ਸਮਝ ਲਵੇ ਤੇ ਉੱਥੋਂ ਚਲਾ ਜਾਏ। ਜਰਮਨ ਤੁਰਦਾ ਹੋਇਆ ਉਹਦੇ ਨੇੜੇ ਆਇਆ। ਅਜੀਬ ਜਿਹੀ ਤਰ੍ਹਾਂ ਉਹਨੇ ਹੌਕਾ ਭਰਿਆ ਤੇ ਫਿਰ ਪੈਰਾਂ ਹੇਠ ਬਰਫ਼ ਮਿੱਧਦਾ ਹੋਇਆ ਇੱਕ ਵਾਰੀ ਮੁੜ ਕੇ ਉਸ ਤੱਕ ਆਇਆ। ਅਲੈਕਸੀ ਨੂੰ ਇੱਕ ਵਾਰੀ ਫਿਰ ਉਹਦੇ ਮੂੰਹ 'ਚੋਂ ਬਦਬੂਦਾਰ ਸਾਹ ਆਉਂਦਾ ਮਹਿਸੂਸ ਹੋਇਆ। ਉਹਨੂੰ ਪਤਾ ਸੀ ਜਰਮਨ ਸਿਰਫ ਇੱਕ ਹੈ ਤੇ ਇਸ ਕਰਕੇ ਉਹਨੂੰ ਬਚ ਨਿਕਲਣ ਦਾ ਮੌਕਾ ਮਿਲ ਸਕਦਾ ਹੈ ਜੇ ਉਹ ਉਹਦਾ ਖਿਆਲ ਰੱਖੇ, ਇੱਕਦਮ ਉੱਛਲ ਕੇ ਖੜੋ ਜਾਏ। ਇਹ ਤੋਂ ਪਹਿਲਾਂ ਕਿ ਉਹ ਆਪਣੀ ਬੰਦੂਕ ਤੱਕ ਹੱਥ ਵਧਾਏ ਉਹਨੂੰ ਗਲੇ ਤੋਂ ਫੜ ਸਕੇ, ਪਰ ਇਹ ਬੜੇ ਧਿਆਨ ਨਾਲ ਤੇ ਬੇਹੱਦ ਸ਼ੁੱਧਤਾਈ ਨਾਲ ਕਰਨਾ ਪਏਗਾ। ਆਪਣੀ ਪੋਜੀਸ਼ਨ ਬਦਲੇ ਬਿਨਾਂ ਅਲੈਕਸੀ ਨੇ ਹੌਲੀ-ਹੌਲੀ ਆਪਣੀਆਂ ਅੱਖਾਂ ਖੋਲ੍ਹੀਆਂ। ਆਪਣੀਆਂ ਅੱਧ-ਮੀਟੀਆਂ ਪਲਕਾਂ ਥਾਣੀ ਉਹਨੂੰ ਜਰਮਨ ਨਹੀਂ ਸਗੋਂ ਭੂਰਾ ਜਿਹਾ ਜੱਤਲ ਥਾਂ ਦਿਖਾਈ ਦਿੱਤਾ। ਉਹਨੇ ਆਪਣੀਆਂ ਅੱਖਾਂ ਹੋਰ ਚੌੜੀਆਂ ਕਰਕੇ ਦੇਖਿਆ ਤੇ ਇੱਕਦਮ ਉਹਨਾਂ ਨੂੰ ਮੁੜ ਬੰਦ ਕਰ ਲਿਆ। ਇੱਕ ਵੱਡਾ ਸਾਰਾ ਪਤਲਾ ਜੱਤਲ ਰਿੱਛ ਉਹਦੇ ਸਾਹਮਣੇ ਚਿੱਤੜਾਂ ਭਾਰ ਬੈਠਾ ਸੀ। ਅੰਗ ਤੀਸਰਾ। ਬੇਹਰਕਤ ਮਨੁੱਖਾ ਆਕਾਰ ਦੇ ਨੇੜੇ, ਜਿਹੜਾ ਧੁੱਪ 'ਚ ਲਿਸ਼ਕ ਰਹੀ ਨੀਲੀ ਜਿਹੀ ਬਰਫ਼ ਵਿੱਚ ਮਸਾਂ ਹੀ ਉੱਭਰਦਾ ਦਿਖਾਈ ਦਿੰਦਾ ਸੀ, ਰਿੱਛ ਇੰਜ ਚੁੱਪ-ਚਾਪ ਬੈਠਾ ਸੀ ਜਿਵੇਂ ਸਿਰਫ ਕੋਈ ਜੰਗਲੀ ਜਾਨਵਰ ਹੀ ਬੈਠ ਸਕਦਾ। ਇਹਦੀਆਂ ਗੰਦੀਆਂ ਨਾਸਾਂ ਹੌਲੀ-ਹੌਲੀ ਫਰਕ ਰਹੀਆਂ ਸਨ। ਇਹਦੇ ਅੱਧ ਖੁੱਲ੍ਹੇ ਜਬਾੜਿਆਂ 'ਚੋਂ, ਜਿਨ੍ਹਾਂ 'ਚ ਪੁਰਾਣੇ ਪੀਲੇ ਪਰ ਅਜੇ ਵੀ ਤਗੜੇ ਦੰਦ ਦਿਖਾਈ ਦਿੰਦੇ ਸਨ, ਹਵਾ 'ਚ ਲਹਿਰਾਉਂਦੀਆਂ ਗਾੜੇ ਥੁੱਕ ਦੀ ਇੱਕ ਡੋਰ ਲਟਕ ਰਹੀ ਸੀ। ਜੰਗ ਨੇ ਇਸ ਤੋਂ ਇਹਦੀ ਸਿਆਲੇ ਦੀ ਨੀਂਦ ਖੋਹ ਲਈ ਸੀ ਤੇ ਇਹ ਹੁਣ ਭੁੱਖਾ ਸੀ ਤੇ ਗੁੱਸੇ 'ਚ ਸੀ। ਪਰ ਰਿੱਛ ਲਾਸ਼ ਨਹੀਂ ਖਾਂਦੇ। ਬੇਹਰਕਤ ਪਏ ਸਰੀਰ ਨੂੰ ਸੁੰਘਣ ਤੋਂ ਮਗਰੋਂ, ਜਿਸ 'ਚੋਂ ਪੈਟਰੋਲ ਦੀ ਸਖਤ ਬੂ ਆ ਰਹੀ ਸੀ, ਰਿੱਛ ਨੇ ਸੁਸਤ ਚਾਲ ਮੈਦਾਨ ਦਾ ਚੱਕਰ ਲਾਇਆ, ਜਿੱਥੇ ਇਹੋ ਜਿਹੀਆਂ ਬਹੁਤ ਸਾਰੀਆਂ ਮਨੁੱਖੀ ਲਾਸ਼ਾਂ ਸੁੱਕੀ ਬਰਫ਼ ਵਿੱਚ ਜੰਮੀਆਂ ਪਈਆਂ ਸਨ। ਪਰ ਸਰਸਰ ਤੇ ਕਰਾਹਟ ਨੇ ਇਹਨੂੰ ਵਾਪਸ ਅਲੈਕਸੀ ਵੱਲ ਲੈ ਆਂਦਾ। ਇਸ ਲਈ ਹੁਣ ਇਹ ਅਲੈਕਸੀ ਦੇ ਕੋਲ ਬੈਠਾ ਸੀ। ਭੁੱਖ ਦੀ ਤੜਪ ਮੁਰਦੇ ਦਾ ਮਾਸ ਖਾਣ ਲਈ ਇਹਦੀ ਘਿਰਨਾ ਨਾਲ ਲੜਾਈ ਕਰ ਰਹੀ ਸੀ। ਭੁੱਖ ਦਾ ਪੱਲਾ ਭਾਰੀ ਹੋਣਾ ਸ਼ੁਰੂ ਹੋ ਗਿਆ ਸੀ। ਜਾਨਵਰ ਨੇ ਹੌਕਾ ਭਰਿਆ ਉੱਠਿਆ, ਸਰੀਰ ਨੂੰ ਆਪਣੇ ਪੰਜੇ ਨਾਲ ਉਲਟਾਇਆ ਤੇ ਆਪਣੀਆਂ ਨੌਂਦਰਾਂ ਨਾਲ ਉਡਾਨ ਵੇਲੇ ਦਾ ਸੂਟ ਪਾੜਨ ਲੱਗ ਪਿਆ।
ਪਰ ਇਹ ਪੱਕਾ ਨਿਕਲਿਆ। ਰਿਚ ਮੱਧਮ ਜੀ ਆਵਾਜ਼ 'ਚ ਗੁਰਰਾਇਆ। ਉਸ ਵੇਲੇ ਅਲੈਕਸਈ ਨੂੰ ਬੇਹੱਦ ਕੋਸ਼ਿਸ਼ ਕਰਕੇ ਆਪਣੀਆਂ ਅੱਖਾਂ ਖੋਲ੍ਹਣ, ਪਾਸਾ ਪਰਤਣ, ਚੀਕਾਂ ਮਾਰਨ ਤੇ ਆਪਣੀ ਛਾਤੀ ਉੱਤੇ ਆ ਪਏ ਭਾਰੀ ਭਰਕਮ ਵਜੂਦ ਨੂੰ ਪਰੇ ਧੱਕਣ ਦੀ ਇੱਛਾ ਨੂੰ ਦਬਾਉਣਾ ਪਿਆ। ਉਹਦੀ ਸਾਰੀ ਹੋਂਦ ਉਹਨੂੰ ਸਖਤ ਤੇ ਜਾਨਹੂਲਵੀਂ ਰਾਖੀ ਕਰਨ ਲਈ ਪ੍ਰੇਰ ਰਹੀ ਸੀ। ਪਰ ਉਹਨੇ ਆਪਣੇ ਆਪ ਨੂੰ ਮਜਬੂਰ ਕੀਤਾ ਕਿ ਹੌਲੀ-ਹੌਲੀ ਤੇ ਆਪੋ ਢੰਗ ਨਾਲ ਆਪਣਾ ਹੱਥ ਆਪਣੀ ਜੇਬ 'ਚ ਖਸਕਾਏ, ਆਪਣੀ ਪਿਸਤੌਲ ਦੇ ਦਸਤੇ ਨੂੰ ਲੱਭੇ, ਇਹਦਾ ਘੋੜਾ ਧਿਆਨ ਨਾਲ ਚੜ੍ਹਾਏ ਤਾਂ ਕਿ ਜ਼ਰਾ ਵੀ ਆਵਾਜ਼ ਨਾ ਆਏ ਤੇ ਆਪੋ ਢੰਗ ਨਾਲ ਹੀ ਇਹਨੂੰ ਦਬਾ ਦੇਵੇ। ਰਿਚ ਹੋਰ ਵੀ ਕ੍ਰੋਧ 'ਚ ਆ ਕੇ ਉਹਦਾ ਸੂਟ ਪਾੜਨ ਲੱਗਾ। ਮਜ਼ਬੂਤ ਕੱਪੜਾ ਕਿੜ-ਕਿੜ ਕਰਨ ਲੱਗਾ, ਪਰ ਤਾਂ ਵੀ ਨਾ ਫਟਿਆ। ਰਿਚ ਪਾਗਲ ਹੋ ਕੇ ਗਰਜਣ ਲੱਗਾ। ਉਹਨੇ ਸੂਟ ਨੂੰ ਆਪਣੇ ਦੰਦਾਂ 'ਚ ਲੈ ਲਿਆ ਤੇ ਜੱਤ ਤੇ ਰੂੰ ਦੀ ਭਰਤੀ ਦੇ ਵਿੱਚੋਂ ਦੀ ਆਪਣੇ ਦੰਦ ਉਹਦੇ ਪਿੰਡੇ 'ਚ ਖੋਭ ਦਿੱਤੇ। ਆਪਣੀ ਇੱਛਾ ਸ਼ਕਤੀ ਦੇ ਆਖਰੀ ਯਤਨ ਨਾਲ ਅਲੈਕਸਈ ਨੇ ਪੀੜ ਕਾਰਨ ਨਿਕਲਦੀ ਕੁਰਰਾਹਟ ਨੂੰ ਦਬਾਇਆ ਤੇ ਐਨ ਉਸੇ ਵੇਲੇ ਜਦੋਂ ਰਿਚ ਨੇ ਉਹਨੂੰ ਬਰਫ਼ ਦੇ ਢੇਰ 'ਚੋਂ ਕੱਢਿਆ, ਉਹਨੇ ਪਿਸਤੌਲ ਚੁੱਕੀ ਘੋੜਾ ਦਬਾਤਾ। ਗੋਲੀ ਚੱਲਣ ਦੀ ਤਿੱਖੀ ਤੇ ਗੂੰਜਵੀਂ ਕੜਕ ਸੁਣਾਈ ਦਿੱਤੀ। ਕਾਲਕੂਟ ਨੇ ਖੰਭ ਫੜਫੜਾਏ, ਤੇਜ਼ੀ ਨਾਲ ਉੱਥੋਂ ਉੱਡ ਗਈ। ਹਿੱਲ ਗਈਆਂ ਟਾਹਣਾਂ ਤੋਂ ਖੁਸ਼ਕ ਬਰਫ਼ ਝੜਨ ਲੱਗ ਪਈ। ਰਿਚ ਨੇ ਹੌਲੀ-ਹੌਲੀ ਆਪਣਾ ਸ਼ਿਕਾਰ ਛੱਡ ਦਿੱਤਾ। ਅਲੈਕਸਈ ਰਿਚ ਉੱਤੇ ਨਜ਼ਰਾਂ ਗੱਡੀ ਮੁੜ ਪਿੱਛੇ ਬਰਫ਼ 'ਚ ਜਾ ਡਿੱਗਾ। ਰਿਚ ਚਿੱਤੜਾਂ ਭਾਰ ਬੈਠਾ ਸੀ। ਉਹਦੀਆਂ ਕਾਲੀਆਂ ਗਿੱਡ ਭਰੀਆਂ ਅੱਖਾਂ 'ਚੋਂ ਘਬਰਾਹਟ ਸੀ। ਇਹਦੇ ਦੰਦਾਂ ਦੇ ਵਿੱਚੋਂ ਦੀ ਗਾੜੇ ਮਟਿਆਲੇ ਲਾਲ ਲਹੂ ਦੀ ਧਾਰ ਵਹਿ ਕੇ ਬਰਫ਼ 'ਤੇ ਡਿੱਗਣ ਲੱਗੀ। ਉਹਨੇ ਬੈਠੀ ਆਵਾਜ਼ 'ਚ ਭਿਆਨਕ ਗਰਜ ਛੱਡੀ। ਆਪਣੀਆਂ ਪਿਛਲੀਆਂ ਲੱਤਾਂ ਭਾਰ ਹੌਲੀ-ਹੌਲੀ ਖੜ੍ਹਾ ਹੋਇਆ। ਇਹ ਤੋਂ ਪਹਿਲਾਂ ਕਿ ਅਲੈਕਸਈ ਦੂਜੀ ਗੋਲੀ ਚਲਾਏ, ਢਹਿ ਢੇਰੀ ਹੋ ਗਿਆ। ਨੀਲੀ ਭਾਅ ਮਾਰਦੀ ਬਰਫ਼ ਹੌਲੀ-ਹੌਲੀ ਕਿਰਮਚੀ ਹੋ ਗਈ। ਇਹ ਪਿਘਲਣ ਲੱਗੀ ਤੇ ਰਿਚ ਦੇ ਸਿਰ ਦੇ ਕੋਲ ਹਲਕੀ-ਹਲਕੀ ਭਾਫ਼ ਉੱਠਣ ਲੱਗ ਪਈ। ਰਿਚ ਮਰ ਚੁੱਕਾ ਸੀ। ਅਲੈਕਸਈ ਜਿਸ ਤਣਾਅ ਹੇਠ ਆ ਕੇ ਸਭ ਕੁਝ ਕਰ ਰਿਹਾ ਸੀ, ਉਹ ਇੱਕਦਮ ਢਿੱਲਾ ਪੈ ਗਿਆ। ਫਿਰ ਉਹਨੂੰ ਆਪਣੇ ਪੈਰ 'ਚ ਤੇਜ਼ ਸਾੜਵੀਂ ਪੀੜ ਮਹਿਸੂਸ ਹੋਣ ਲੱਗੀ। ਪਿੱਛੇ ਬਰਫ਼ 'ਤੇ ਡਿੱਗਦਿਆਂ ਉਹ ਬੇਹੋਸ਼ ਹੋ ਗਿਆ। ਉਹਨੂੰ ਹੋਸ਼ ਉਦੋਂ ਆਈ ਜਦੋਂ ਸੂਰਜ ਆਕਾਸ਼ ਵਿੱਚ ਉੱਚਾ ਜਾ ਚੁੱਕਾ ਸੀ। ਦਿਆਰਾਂ ਦੀਆਂ ਸੰਘਣੀਆਂ ਸਿਖਰਾਂ ਦੇ ਵਿੱਚੋਂ ਦੀ ਲੰਘਦੀਆਂ ਇਹਦੀਆਂ ਕਿਰਨਾਂ ਬਰਫ਼ ਉੱਤੇ ਪੈਂਦੀਆਂ ਚਿਲਕੋਰ ਪੈਦਾ ਕਰ ਰਹੀਆਂ ਸਨ। ਪਰਛਾਵੇਂ ਹੇਠ ਪਈ ਬਰਫ਼ ਹੁਣ ਪੀਲੀ ਨਹੀਂ ਸੀ ਰਹੀ, ਸਗੋਂ ਗੂੜੀ ਨੀਲੀ ਹੋ ਗਈ ਸੀ। ਰਿਚ ਬਾਰੇ ਮੈਨੂੰ ਸੁਪਨਾ ਆਇਆ ਸੀ। ਅਲੈਕਸਈ ਨੇ ਆਪਣੇ ਮਨ 'ਚ ਪਹਿਲਾ ਵਿਚਾਰ ਇਹ ਆਇਆ। ਭੂਰੀ ਜੱਤਲ ਖਰਵੀ ਲਾਸ਼ ਕੋਲ ਹੀ ਨੀਲੀ ਬਰਫ਼ 'ਤੇ ਪਈ ਸੀ। ਜੰਗਲ ਆਵਾਜ਼ਾਂ ਨਾਲ ਭਰਿਆ ਪਿਆ ਸੀ। ਚੱਕੀ ਰਾਹ ਗੂੰਜਵੀਂ ਤਰ੍ਹਾਂ ਦਰਖਤ ਦੀ ਛਿੱਲ ਨੂੰ ਠਕੋਰ ਰਿਹਾ ਸੀ। ਚੁਸਤ ਪੀਲੀ ਛਾਤੀ ਵਾਲੀਆਂ ਪਿੱਦੀਆਂ ਟਾਹਣੀਓਂ ਟਾਹਣੀ ਫੁਦਕਦੀਆਂ ਹੋਈਆਂ ਖੁਸ਼ੀ-ਖੁਸ਼ੀ ਚਹਿਚਹਾ ਰਹੀਆਂ ਸਨ। ਮੈਂ ਜਿਉਂਦਾ ਹਾਂ, ਜਿਉਂਦਾ ਹਾਂ, ਅਲੈਕਸਈ ਨੇ ਆਪਣੇ ਮਨ 'ਚ ਦੁਹਰਾਇਆ ਤੇ ਉਹਦਾ ਸਾਰਾ ਸਰੀਰ ਰੋਮ-ਰੋਮ ਜਿਉਂਦਾ ਹੋਣ ਦੇ ਐਸੇ ਸ਼ਕਤੀਸ਼ਾਲੀ ਜਾਦੂਈ ਨਸ਼ਾ ਚਾੜਨ ਵਾਲੇ ਅਹਿਸਾਸ ਨਾਲ ਹੁਲਾਸ 'ਚ ਆ ਗਿਆ, ਜਿਹੜਾ ਅਹਿਸਾਸ ਹਰ ਵਾਰੀ ਆਦਮੀ ਉੱਪਰ ਛਾ ਜਾਂਦਾ ਹੈ ਜਦੋਂ ਕਿਸੇ ਮਾਰੂ ਖਤਰੇ 'ਚੋਂ ਬਚ ਨਿਕਲਦਾ ਹੈ। ਇਸ ਸ਼ਕਤੀਸ਼ਾਲੀ ਅਹਿਸਾਸ ਦਾ ਪ੍ਰੇਰਿਆ ਉੱਛਲ ਕੇ ਖੜੋ ਗਿਆ, ਪਰ ਇੱਕਦਮ ਕਰਾਉਂਦਾ ਹੋਇਆ ਰਿਚ ਦੀ ਲਾਸ਼ 'ਤੇ ਡਿੱਗ ਪਿਆ। ਉਹਦਾ ਸਿਰ ਮੱਧਮ ਜਿਹੀ ਗੜ-ਗੜ ਦੀ ਆਵਾਜ਼ ਨਾਲ ਭਰ ਗਿਆ, ਜਿਵੇਂ ਦੋ ਪੁਰਾਣੇ ਖੁਰਦਰੇ ਚੱਕੀ ਦੇ ਪੁੜ ਫਿਰ ਰਹੇ ਹੋਣ, ਪੀ ਰਹੇ ਹੋਣ ਤੇ ਉਹਦੇ ਦਿਮਾਗ 'ਚ ਕੰਬਣੀਆਂ ਛੇੜ ਰਹੇ ਹੋਣ। ਉਹਦੀਆਂ ਅੱਖਾਂ ਦਰਦ ਕਰ ਰਹੀਆਂ ਸਨ, ਜਿਵੇਂ ਕੋਈ ਉਹਨਾਂ ਨੂੰ ਆਪਣੀ ਉਂਗਲਾਂ ਨਾਲ ਦਬਾ ਰਿਹਾ ਹੋਵੇ। ਇੱਕ ਵੇਲੇ ਉਹਨੂੰ ਸੂਰਜ ਦੀਆਂ ਕਿਰਨਾਂ ਦੇ ਠੰਡੇ ਪੀਲੇ ਚਾਨਣ ਨਾਲ ਭਰਿਆ ਆਪਣੇ ਆਲੇ-ਦੁਆਲੇ ਸਭ ਕੁਝ ਸਾਫ਼ ਤੇ ਸਪਸ਼ਟ ਦਿਖਾਈ ਦੇਣ ਲੱਗ ਪੈਂਦਾ। ਦੂਜੀ ਘੜੀ ਸਭ ਕੁਝ ਸਲੇਟੀ ਚਮਕ ਦੇ ਪਰਦੇ ਪਿੱਛੇ ਛੁਪ ਜਾਂਦਾ। ਬਹੁਤ ਮਾੜੀ ਗੱਲ ਹੈ। ਡਿੱਗਣ ਨਾਲ ਜ਼ਰੂਰ ਮੇਰੇ ਸਿਰ 'ਚ ਸੱਟ ਲੱਗੀ ਹੋਏਗੀ ਤੇ ਮੇਰੇ ਪੈਰਾਂ ਨੂੰ ਵੀ ਕੁਝ ਹੋ ਗਿਆ। ਅਲੈਕਸਈ ਸੋਚਣ ਲੱਗਾ। ਕੂਣੀਆਂ ਭਰ ਆਪਣੇ ਆਪ ਨੂੰ ਤਾਂ ਚੁੱਕਦਿਆਂ ਉਹਨੇ ਹੈਰਾਨੀ ਨਾਲ ਵਿਸ਼ਾਲ ਮੈਦਾਨ ਵੱਲ ਦੇਖਿਆ, ਜਿਹੜਾ ਜੰਗਲ ਦੇ ਕਿਨਾਰੇ ਤੋਂ ਪਾਰ ਦੁਮੇਲ ਤੱਕ ਫੈਲਿਆ ਸੀ, ਜਿੱਥੇ ਸਲੇਟੀ ਅਰਧ ਚੱਕਰ 'ਚ ਦੂਰ ਦੂਜਾ ਜੰਗਲ ਦਿਖਾਈ ਦਿੰਦਾ ਸੀ। ਪ੍ਰਤੱਖ ਤੌਰ ਉੱਤੇ ਪਤਝੜ 'ਚ ਜਾਂ ਸ਼ਾਇਦ ਚੜ੍ਹਦੇ ਸਿਆਲ 'ਚ ਇਸ ਜੰਗਲ ਦੇ ਕਿਨਾਰੇ ਰੱਖਿਆ ਦੀ ਰੇਖਾ ਸੀ, ਜਿਸ ਉੱਤੇ ਸੋਵੀਅਤ ਫੌਜ ਡਟੀ ਰਹੀ ਸੀ। ਸ਼ਾਇਦ ਬਹੁਤੀ ਦੇਰ ਨਹੀਂ, ਪਰ ਸਿਰੜ ਨਾਲ ਮਰਨ ਤੱਕ ਤੂਫਾਨਾਂ ਨੇ ਬਰਫ਼ ਦੀ ਨਰਮ ਰੂੰ ਦੀ ਤਹਿ ਨਾਲ ਧਰਤੀ ਦੇ ਫੱਟਾਂ ਨੂੰ ਢੱਕ ਦਿੱਤਾ ਸੀ, ਪਰ ਉਸ ਤਹਿ ਦੇ ਹੇਠਾਂ ਨੂੰ ਅੱਖ ਅਜੇ ਵੀ ਖਾਈਆਂ ਦੀ ਕਤਾਰ ਨੂੰ ਤਬਾਹ ਹੋਈਆਂ ਮਸ਼ੀਨ ਗੰਨਾਂ ਦੇ ਥੜਿਆਂ ਦੀ ਥਾਂ ਬਣੇ ਟਿੱਬਿਆਂ ਨੂੰ, ਗੋਲਿਆਂ ਨਾਲ ਬਣੇ ਅਨੇਕ ਵੱਡੇ ਛੋਟੇ ਟੋਇਆਂ ਨੂੰ ਨਖੇੜ ਸਕਦੀ ਸੀ, ਜਿਹੜੇ ਜੰਗਲ ਦੇ ਕਿਨਾਰੇ ਉੱਪਰਲੇ ਕੱਟੇ ਵੱਡੇ ਤੇ ਗੋਲਿਆਂ ਨਾਲ ਉੱਡੇ ਦਰਖਤਾਂ ਦੇ ਪੈਰਾਂ ਤੱਕ ਫੈਲੇ ਹੋਏ ਸਨ।
ਇਸ ਛਾਨਣੀ ਹੋਏ ਮੈਦਾਨ 'ਚ ਟਿਮਕਣਿਆਂ ਵਾਂਗ ਕਿੰਨੇ ਸਾਰੇ ਟੈਂਕ ਦਿਖਾਈ ਦਿੰਦੇ ਸਨ, ਜਿਨ੍ਹਾਂ ਉੱਪਰ ਪਾਈਕ ਮੱਛੀ ਦੇ ਚਾਣਿਆਂ ਵਾਂਗ ਰੰਗ ਬਰੰਗਾ ਰੋਗਨ ਹੋਇਆ ਸੀ। ਉਹ ਬਰਫ਼ ਉੱਤੇ ਜੰਮੇ ਖੜੇ ਸੀ, ਸਾਰੇ ਦੇ ਸਾਰੇ, ਖਾਸ ਕਰਕੇ ਬਿਲਕੁਲ ਸਿਰੇ ਦਾ ਟੈਂਕ, ਜਿਹੜਾ ਗਰਨੇਡ ਵੱਜਣ ਨਾਲ ਜਾਂ ਸੁਰੰਗ ਫਟਣ ਨਾਲ ਪਾਸੇ ਪਰਨੇ ਉਲਟ ਗਿਆ ਹੋਏਗਾ, ਜਿਸ ਕਰਕੇ ਉਹਦੀ ਲੰਮੀ ਨਾਲੀ ਜ਼ਮੀਨ ਵੱਲ ਇੰਝ ਲਟਕੀ ਸੀ ਜਿਵੇਂ ਮੂੰਹ ਵਿੱਚੋਂ ਜੀਭ ਲਟਕੀ ਹੁੰਦੀ ਹੈ। ਅਜੀਬ ਜਿਹੇ ਦੈਂਤਾਂ ਦੀਆਂ ਲੋਥਾਂ ਲੱਗਦੇ ਸਨ ਤੇ ਸਾਰੇ ਮੈਦਾਨ ਉੱਪਰ ਘੱਟ ਡੂੰਘੀਆਂ ਖਾਈਆਂ ਦੇ ਕੰਢਿਆਂ ਉੱਤੇ, ਟੈਂਕਾਂ ਦੇ ਨੇੜੇ ਤੇ ਜੰਗਲ ਦੇ ਸਿਰੇ ਉੱਤੇ ਸੋਵੀਅਤ ਤੇ ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਵਿਛੀਆਂ ਹੋਈਆਂ ਸਨ। ਇਹ ਇੰਨੀਆਂ ਜ਼ਿਆਦਾ ਸਨ ਕਿ ਕਿਤੇ ਕਿਤੇ ਤਾਂ ਇੱਕ ਦੂਜੇ ਦੇ ਉੱਪਰ ਢੇਰਾਂ 'ਚ ਪਈਆਂ, ਤੇ ਇਹ ਬਿਲਕੁਲ ਉਸੇ ਹਾਲਤ 'ਚ ਜੰਮੀਆਂ ਹੋਈਆਂ ਸਨ ਜਿਸ ਹਾਲਤ 'ਚ ਮੌਤ ਨੇ ਉਹਨਾਂ ਨੂੰ ਕੁਝ ਹੀ ਮਹੀਨੇ ਪਹਿਲਾਂ ਚੜ੍ਹਦੇ ਸਿਆਲ 'ਚ ਲੜਾਈ 'ਚ ਢਾਹ ਲਿਆ ਸੀ। ਇਹਨਾਂ ਸਭ ਚੀਜ਼ਾਂ ਤੋਂ ਅਲੈਕਸੇਈ ਨੂੰ ਇੱਥੇ ਲੜੀ ਗਈ ਘਮਸਾਨ ਦੀ ਤੇ ਸਿਰੜੀ ਲੜਾਈ ਦਾ ਪਤਾ ਲੱਗਦਾ ਸੀ ਉਹਦੇ ਜੁਝਾਰੂ ਸਾਥੀ ਇੱਥੇ ਲੜੇ ਸਨ, ਸਭ ਕੁਝ ਭੁੱਲ ਭੁਲਾ ਕੇ, ਸਿਵਾਏ ਇੱਕ ਗੱਲ ਦੇ ਕਿ ਉਹਨਾਂ ਨੇ ਦੁਸ਼ਮਣ ਨੂੰ ਰੋਕਣਾ ਸੀ, ਉਹਨੂੰ ਲੰਘਣ ਨਹੀਂ ਦੇਣਾ ਸੀ। ਜ਼ਰਾ ਕੁ ਦੂਰ ਜੰਗਲ ਦੇ ਸਿਰੇ ਉੱਤੇ ਇੱਕ ਮੋਟੇ ਦਿਆਰ ਦੇ ਪੈਰਾਂ ਵਿੱਚ, ਜਿਹੜਾ ਗੋਲੇ ਨਾਲ ਕੱਟਿਆ ਗਿਆ ਸੀ ਤੇ ਜਿਹਦੇ ਲੰਮੇ ਕੱਟੇ ਹੋਏ ਤਣੇ ਵਿੱਚੋਂ ਪੀਲਾ ਪਾਰਦਰਸ਼ੀ ਬਰੋਜ਼ਾ ਇਸ ਵੇਲੇ ਟਪਕ ਰਿਹਾ ਸੀ, ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਪਈਆਂ ਸਨ, ਜਿਨ੍ਹਾਂ ਦੀਆਂ ਖੋਪਰੀਆਂ ਫਿਸੀਆਂ ਹੋਈਆਂ, ਚਿਹਰੇ ਕੱਟੇ ਵੱਡੇ ਸਨ ਤੇ ਵਿਚਕਾਰ ਕਿਸੇ ਦੁਸ਼ਮਣ ਦੇ ਸਰੀਰ ਦੇ ਉੱਤੇ ਇੱਕ ਵੱਡੇ ਸਾਰੇ ਗੋਲ ਮੂੰਹ ਵਾਲੇ ਤੇ ਵੱਡੇ ਸਾਰੇ ਸਿਰ ਵਾਲੇ ਮੁੰਡੇ ਦੀ ਲਾਸ਼ ਚੁਫਾਲ ਢੱਠੀ ਪਈ ਸੀ। ਉਹਨੇ ਓਵਰਕੋਟ ਨਹੀਂ ਸੀ ਪਾਇਆ ਹੋਇਆ, ਸਿਰਫ ਫਟੇ ਕਾਲਰ ਵਾਲਾ ਛੋਟਾ ਕੋਟ ਹੀ ਪਾਇਆ ਹੋਇਆ ਸੀ ਤੇ ਉਹਦੇ ਕੋਲ ਟੁੱਟੀ ਸੰਗੀਨ ਵਾਲੀ ਤੇ ਚੀਨਾ ਹੋਈ ਖੂਨ ਨਾਲ ਲੱਥਪੱਥ ਬੱਟ ਵਾਲੀ ਬੰਦੂਕ ਪਈ ਸੀ। ਉਹ ਤੋਂ ਅੱਗੇ ਜੰਗਲ ਵੱਲ ਨੂੰ ਜਾਂਦੀ ਸੜਕ ਉੱਤੇ ਇੱਕ ਛੋਟੇ ਜਿਹੇ ਰੇਤ ਨਾਲ ਢਕੇ ਫਰ ਦੇ ਦਰਖਤ ਦੇ ਪੈਰਾਂ 'ਚ ਅੰਡਾਕਾਰ ਮੂੰਹ ਵਾਲੇ ਸਾਂਵਲੇ ਉਜ਼ਬੇਕ ਦੀ ਲਾਸ਼ ਪਈ ਸੀ। ਉਹਦਾ ਚਿਹਰਾ ਪੁਰਾਣੇ ਹਾਥੀ ਦੰਦ ਵਿੱਚੋਂ ਘੜਿਆ ਗਿਆ ਲੱਗਦਾ ਸੀ। ਉਹਦੇ ਪਿੱਛੇ ਫਰ ਦੇ ਦਰਖਤ ਦੀਆਂ ਟਾਹਣਾਂ ਹੇਠ ਗਰਨੇਡ ਸੋਹਣੀ ਤਰ੍ਹਾਂ ਢੇਰ ਕਰਕੇ ਰੱਖੇ ਹੋਏ ਸਨ ਤੇ ਉਜ਼ਬੇਕ ਦੇ ਆਪਣੇ ਮੁਰਦਾ ਅਣਚੁੱਕੇ ਹੱਥ ਵਿੱਚ ਵੀ ਗਰਨੇਡ ਸੀ, ਜਿਵੇਂ ਇਹਨੂੰ ਸੁੱਟਣ ਤੋਂ ਪਹਿਲਾਂ ਉਹਨੇ ਆਕਾਸ਼ ਵੱਲ ਇੱਕ ਨਜ਼ਰ ਸੁੱਟੀ ਹੋਵੇ ਤੇ ਉਸੇ ਮੁਦਰਾ 'ਚੋਂ ਜੰਮ ਕੇ ਰਹਿ ਗਿਆ ਹੋਵੇ। ਹੋਰ ਵੀ ਅੱਗੇ ਜੰਗਲ ਵਾਲੀ ਸੜਕ ਦੇ ਨਾਲ ਕੁਝ ਰੰਗ ਬਿਰੰਗੇ ਟੈਂਕਾਂ ਦੇ ਨੇੜੇ ਗੋਲਿਆਂ ਨਾਲ ਪਏ ਵੱਡੇ ਟੋਇਆਂ ਦੇ ਕਿਨਾਰਿਆਂ ਉੱਤੇ ਕੁਝ ਪੁਰਾਣੇ ਦਰਖਤਾਂ ਦੀਆਂ ਮੁੱਢੀਆਂ ਦੇ ਨੇੜੇ ਹਰ ਥਾਂ ਲਾਸ਼ਾਂ ਪਈਆਂ ਸਨ। ਰੂੰ ਦੀ ਭਰਤੀ ਵਾਲੀਆਂ ਜੈਕਟਾਂ ਤੇ ਪਜਾਮੇ ਦੇ ਉੱਡੇ ਰੰਗਾਂ ਵਾਲੇ ਹਰੇ ਕੋਟ ਤੇ ਕੰਨਾਂ ਤੱਕ ਖਿੱਚ ਕੇ ਲਿਆਂਦੀਆਂ ਟੋਪੀਆਂ ਪਾਈ, ਮੁੜੇ ਗੋਡੇ, ਉੱਪਰ ਝੁਕੀਆਂ ਠੋਡੀਆਂ ਤੇ ਮੋਮੀ ਚਿਹਰੇ, ਜਿਨ੍ਹਾਂ ਨੂੰ ਲੂੰਮੜੀਆਂ ਨੇ ਦੰਦ ਮਾਰੇ ਹੋਏ ਸਨ ਤੇ ਕਾਲਕੁੱਟਾਂ ਤੇ ਪਹਾੜੀ ਕਾਵਾਂ ਨੇ ਠੂੰਗੇ ਮਾਰੇ ਸਨ, ਬਰਫਾਂ ਦੇ ਢੇਰਾਂ 'ਚੋਂ ਬਾਹਰ ਨਿਕਲੇ ਦਿਖਾਈ ਦਿੰਦੇ ਸਨ। ਕਈ ਪਹਾੜੀ ਕਾਂ ਮੈਦਾਨ ਉੱਪਰ ਹੌਲੀ ਚੱਕਰ ਕੱਟ ਰਹੇ ਸਨ ਤੇ ਇਸ ਨਾਲ ਇੱਕਦਮ ਅਲੈਕਸੇਈ ਨੂੰ ਈਗੋਰ ਦੀ ਲੜਾਈ ਨਾਂ ਦੀ ਸੋਗੀ ਪਰ ਗੌਰਵਮਈ ਤਸਵੀਰ ਯਾਦ ਆ ਗਈ। ਮਹਾਨ ਰੂਸੀ ਚਿੱਤਰ ਵਸਨੇਤਸੋਵ ਦੇ ਇਸ ਚਿੱਤਰ ਦੀ ਨਕਲ ਉਹਦੇ ਸਕੂਲ ਦੀ ਇਤਿਹਾਸ ਦੀ ਕਿਤਾਬ 'ਚ ਦਿੱਤੀ ਹੋਈ ਸੀ। ਮੈਂ ਵੀ ਇਹਨਾਂ ਵਾਂਗ ਕਿਤੇ ਇੱਥੇ ਹੀ ਪਿਆ ਹੋ ਸਕਦਾ ਸਾਂ, ਉਹਨੇ ਸੋਚਿਆ ਤੇ ਇੱਕ ਵਾਰੀ ਫੇਰ ਜਿਉਂਦੇ ਹੋਣ ਦਾ ਅਹਿਸਾਸ ਉਹਦੇ ਸਾਰੇ ਵਜੂਦ ਵਿੱਚ ਭਰ ਗਿਆ। ਉਹਨੇ ਆਪਣੇ ਆਪ ਨੂੰ ਛੰਡਿਆ। ਉਹਦੇ ਸਿਰ 'ਚ ਅਜੇ ਵੀ ਚੱਕੀ ਦੇ ਖੁਰਦਰੇ ਪੁੜ ਚੱਲ ਰਹੇ ਸਨ। ਉਹਦੇ ਪੈਰ ਪਹਿਲਾਂ ਨਾਲੋਂ ਵੀ ਬੁਰੀ ਤਰ੍ਹਾਂ ਸੜ ਰਹੇ ਸਨ, ਦਰਦ ਕਰ ਰਹੇ ਸਨ, ਪਰ ਉਹ ਰਿੱਛ ਦੀ ਲਾਸ਼ ਉੱਤੇ ਬੈਠ ਗਿਆ, ਜਿਹੜੀ ਹੁਣ ਠੰਡੀ ਹੋ ਚੁੱਕੀ ਸੀ ਤੇ ਖੁਸ਼ਕ ਬਰਫ਼ ਡਿੱਗਣ ਨਾਲ ਚਾਂਦੀ ਵਰਗੀ ਲੱਗਦੀ ਸੀ। ਤੇ ਉਹ ਸੋਚਣ ਲੱਗ ਪਿਆ ਵੀ ਹੁਣ ਕੀ ਕੀਤਾ ਜਾਏ, ਕਿੱਥੇ ਜਾਇਆ ਜਾਏ, ਆਪਣੇ ਅਗਲੇ ਮੋਰਚਿਆਂ ਤੱਕ ਕਿਵੇਂ ਪੁੱਜਿਆ ਜਾਏ। ਜਦੋਂ ਆਪਣੇ ਜਹਾਜ਼ ਤੋਂ ਬਾਹਰ ਆ ਪਿਆ ਸੀ ਤਾਂ ਉਹਦਾ ਨਕਸ਼ੇ ਵਾਲਾ ਕੇਸ ਗੁਆਚ ਗਿਆ ਸੀ, ਪਰ ਉਹ ਬੜੀ ਸਪਸ਼ਟਤਾ ਨਾਲ ਉਸ ਰਸਤੇ ਨੂੰ ਚਿੱਤਰ ਸਕਦਾ ਸੀ ਜਿਹੜਾ ਉਹਨੇ ਲੈਣਾ ਸੀ। ਜਰਮਨ ਹਵਾਈ ਅੱਡਾ, ਜਿਸ ਉੱਤੇ ਸਤੋਰਮੋਵਿਕਾਂ ਨੇ ਹਮਲਾ ਕੀਤਾ ਸੀ, ਅਗਲੇ ਮੋਰਚਿਆਂ ਤੋਂ ਲਗਭਗ 60 ਕਿਲੋਮੀਟਰ ਪੱਛਮ ਵਿੱਚ ਸੀ। ਹਵਾ 'ਚ ਹੋਈ ਲੜਾਈ ਦੌਰਾਨ ਉਹਦੇ ਸਾਥੀ ਦੁਸ਼ਮਣ ਨੂੰ ਹਵਾਈ ਅੱਡੇ ਤੋਂ ਲਗਭਗ 20 ਕਿਲੋਮੀਟਰ ਪੂਰਬ ਵੱਲ ਧੱਕ ਕੇ ਲੈ ਗਏ ਸਨ ਤੇ ਦੂਰੀ ਕੈਂਚੀ ਤੋਂ ਬਚਣ ਤੋਂ ਪਿੱਛੋਂ ਉਹ ਜ਼ਰੂਰ ਕੁਝ ਹੋਰ ਪੂਰਬ ਨੂੰ ਹੋ ਗਿਆ ਹੋਏਗਾ। ਸੋ ਜ਼ਰੂਰ ਅਗਲੇ ਮੋਰਚਿਆਂ ਤੋਂ ਲਗਭਗ 35 ਕਿਲੋਮੀਟਰ ਅਗਲੀਆਂ ਜਰਮਨ ਡਿਵੀਜ਼ਨਾਂ ਤੋਂ ਬਹੁਤ ਪਿੱਛੇ ਉਸ ਵੱਡੇ ਸਾਰੇ ਜੰਗਲੀ ਇਲਾਕੇ 'ਚ ਡਿੱਗਾ ਹੋਏਗਾ, ਜਿਹੜਾ ਕਾਲਾ ਜੰਗਲ ਕਰਕੇ ਜਾਣਿਆ ਜਾਂਦਾ ਸੀ, ਜਿਹਦੇ ਉੱਪਰੋਂ ਦੀ ਉਹ ਨੇੜੇ ਦੇ ਜਰਮਨ ਅੱਡਿਆਂ ਉੱਪਰ ਛੋਟੇ ਹਮਲਿਆਂ 'ਚ ਬੰਬਰਾਂ ਤੇ ਸਤੋਰਮੋਵਿਕਾਂ ਦੇ ਰੱਖਿਅਕ ਵਜੋਂ ਉੱਡਦਾ ਕਈ ਵਾਰ ਲੰਘ ਚੁੱਕਾ ਸੀ। ਆਕਾਸ਼ ਵਿੱਚ ਇਹ ਜੰਗਲ ਉਹਨੂੰ ਹਮੇਸ਼ਾ ਹੀ ਬੇਅੰਤ ਵੱਡਾ ਹਰਾ ਸਾਗਰ ਦਿਖਾਈ ਦਿੱਤਾ ਸੀ।
ਸਾਫ਼ ਮੌਸਮ 'ਚ ਦਿਆਰ ਦੇ ਦਰਖਤਾਂ ਦੀਆਂ ਝੂਲਦੀਆਂ ਟੀਸੀਆਂ ਨਾਲ ਲਹਿਰਾਉਂਦਾ ਹੁੰਦਾ ਸੀ, ਪਰ ਭੈੜੇ ਮੌਸਮ 'ਚ ਪਤਲੀ ਪਤਲੀ ਸਲੇਟੀ ਧੁੰਦ 'ਚ ਲਿਪਟਿਆ ਇਹ ਪੱਧਰੀ ਅਕਾਮੀ ਪਾਣੀ ਦੀ ਉਜਾੜ ਵਾਂਗ ਲੱਗਦਾ ਸੀ, ਜਿਹਦੀ ਸਤ੍ਹਾ ਉੱਤੇ ਨਿੱਕੀਆਂ ਨਿੱਕੀਆਂ ਲਹਿਰਾਂ ਰਿੜ੍ਹਦੀਆਂ ਜਾ ਰਹੀਆਂ ਹੋਣ। ਇਸ ਤੱਥ ਦਾ ਚੰਗਾ ਪੱਖ ਵੀ ਸੀ ਤੇ ਮਾੜਾ ਵੀ। ਉਹ ਇਸ ਅਥਾਹ ਜੰਗਲ ਦੇ ਵਿਚਕਾਰ ਡਿੱਗਾ ਸੀ। ਚੰਗਾ ਪੱਖ ਇਹ ਸੀ, ਇੱਥੇ ਕਿਸੇ ਜਰਮਨਾਂ ਦੇ ਮਿਲਣ ਦੀ ਸੰਭਾਵਨਾ ਘੱਟ ਸੀ, ਕਿਉਂਕਿ ਆਮ ਕਰਕੇ ਸੜਕਾਂ ਤੇ ਕਸਬਿਆਂ ਦੇ ਨੇੜੇ ਰਹਿੰਦੇ ਸੀ। ਮਾੜਾ ਪੱਖ ਇਹ ਸੀ ਕਿ ਉਹਦਾ ਰਸਤਾ ਭਾਵੇਂ ਲੰਮਾ ਨਹੀਂ ਸੀ, ਪਰ ਬੜਾ ਮੁਸ਼ਕਲ ਸੀ। ਉਹਨੂੰ ਸੰਘਣੀਆਂ ਝਾੜੀਆਂ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਣਾ ਸੀ, ਤੇ ਇਸ ਗੱਲ ਦੀ ਬਹੁਤੀ ਸੰਭਾਵਨਾ ਨਹੀਂ ਸੀ ਕਿ ਉਹਨੂੰ ਕੋਈ ਮਨੁੱਖੀ ਸਹਾਇਤਾ, ਸ਼ਰਨ, ਰੋਟੀ ਦਾ ਸਿੱਕੜ ਜਾਂ ਪੀਣ ਲਈ ਕਿਸੇ ਗਰਮ ਚੀਜ਼ ਦਾ ਕੱਪ ਹੀ ਮਿਲ ਜਾਏਗਾ। ਉਹਦੇ ਪੈਰ ਕੀ ਉਹ ਉਹਨੂੰ ਲਿਜਾ ਸਕਣਗੇ? ਕੀ ਉਹ ਤੁਰਨ ਦੇ ਸਮਰੱਥ ਹੋ ਸਕੇਗਾ? ਧੰਨਵਾਦ। ਚੱਲਦਾ।